ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ। ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣਪਾਂ ਲਖ ਹੋਏ ਤਾਂ ਇਕ ਨ ਚੱਲੇ ਨਾਲ। ਕਿਉ ਸਚਿਆਰਾ ਹੋਇਐ ਕਿਉ ਕੂੜੈ ਟੁੱਟੇ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਦਿ ਬਾਣੀ ਦਾ ਨਾਮ ਜਪ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਜਪ ਦੇ ਆਲੇ ਦੁਆਲੇ ਪਰਿਕਰਮਾ ਕਰਦੀ ਹੈ। ਈਸ਼ਵਰ ਪ੍ਰਾਪਤੀ ਦਾ ਮੁੱਖ ਸਾਧਨ ਗੁਰੂ ਬਾਬੇ ਨੇ ਜਪ ਹੀ ਦੱਸਿਆ। ਜਪੋ ਤਾਂ ਏਕੋ ਨਾਮਾ ਆਵਰ ਨਿਰਾਫਲ ਕਾਮਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪ੍ਰਥਮ ਬਾਣੀ ਜਪ ਹੈ। ਜਪ ਦੇ ਉੱਪਰ ਮੰਗਲਾਚਰਨ ਹੈ। ਇਹ ਮੰਗਲਾਚਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਮੰਗਲਾਚਰਨ ਹੈ ਔਰ ਜਪਜੀ ਸਾਹਿਬ ਦਾ ਵੀ ਮੰਗਲਾਚਰਨ ਹੈ। ਆਦਿ ਕਾਲ ਤੋਂ ਭਾਰਤ ਦੇ ਰਿਸ਼ੀ ਮੁਨੀ ਜਦ ਵੀ ਕੋਈ ਧਾਰਮਿਕ ਗ੍ਰੰਥ ਲਿਖਦੇ ਸਨ ਤਾਂ ਮੰਗਲਾਚਰਨ ਲਾਜ਼ਮੀ ਕਰਦੇ ਸਨ। ਮੰਗਲ ਗਾਇਨ ਕਰਨਾ ਧਾਰਮਿਕ ਲਿਖਾਰੀਆਂ ਦੀ ਦੁਨੀਆ ਵਿੱਚ ਇੱਕ ਮੂਲ ਪਰੰਪਰਾ ਬਣ ਗਈ। ਅਕਸਰ ਮੰਗਲ ਸੁਰਸਤੀ ਤੇ ਗਣੇਸ਼ ਦਾ ਹੀ ਕੀਤਾ ਜਾਂਦਾ ਸੀ। ਐਸਾ ਖਿਆਲ ਸੀ ਕਿ ਸਿੱਧੀ ਦਾਤਾ ਗਣੇਸ਼ ਹੈ, ਬੁੱਧੀ ਦਾਤਾ ਸਰਸਵਤੀ ਹੈ। ਮਨੁੱਖ ਦੀ ਮੂਲ ਮੰਗਾਂ ਵੀ ਇਹ ਦੋ ਨੇ, ਸਿੱਧ ਔਰ ਬੁੱਧ। ਸਿੱਧੀ ਦੇ ਜਗਤ ਦੇ ਸਾਰੇ ਪਦਾਰਥ ਆ ਜਾਂਦੇ ਨੇ, ਬੁੱਧ ਦੇ ਵਿੱਚ ਬ੍ਰਹਿਮੰਡ ਦਾ ਸਾਰਾ ਗਿਆਨ ਆ ਜਾਂਦਾ ਹੈ। ਪਦਾਰਥ ਦੀ ਭੁੱਖ ਸਰੀਰ ਦੀ ਹੈ, ਗਿਆਨ ਦੀ ਭੁੱਖ ਮਨ ਦੀ ਹੈ, ਜ਼ਮੀਰ ਦੀ ਹੈ। ਇਹ ਚੀਜ਼ ਕਿਉਂ ਹੈ, ਕਿੱਥੋਂ ਹੈ, ਇਹਦਾ ਆਦਿ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ, ਹਰ ਵਸਤੂ ਨੂੰ ਜਾਣਨ ਦੀ ਇਹ ਤੀਬਰ ਭੁੱਖ ਮਨੁੱਖ ਦੇ ਅੰਦਰ ਮੌਜੂਦ ਹੈ। ਇਹ ਬੌਧਿਕ ਭੁੱਖ ਹੈ। ਮਨੁੱਖ ਸਭ ਕੁਝ ਪ੍ਰਾਪਤ ਹੀ ਨਹੀਂ ਕਰਨਾ ਚਾਹੁੰਦਾ ਬਲਕਿ ਸਭ ਕੁਝ ਜਾਣਨਾ ਵੀ ਚਾਹੁੰਦਾ ਹੈ। ਜਦੋਂ ਕਿਸੇ ਵਸਤੂ ਨੂੰ, ਕਿਸੇ ਹਸਤੀ ਨੂੰ ਪੂਰਨ ਰੂਪ ਵਿੱਚ ਜਾਣਨਾ ਚਾਹੁੰਦਾ ਹੈ ਤੇ ਜਦ ਜਾਣਕਾਰੀ ਉਸ ਨੂੰ ਮਿਲਦੀ ਨਹੀਂ ਤਾਂ ਉਹ ਇਸ ਤਰ੍ਹਾਂ ਬੇਚੈਨ ਹੋ ਜਾਂਦਾ ਹੈ ਜੈਸੇ ਭੁੱਖੇ ਨੂੰ ਰੋਟੀ ਨਾ ਮਿਲੇ। ਔਰ ਉਸ ਵਕਤ ਹੀ ਉਸ ਨੂੰ ਤ੍ਰਿਪਤੀ ਮਿਲਦੀ ਹੈ ਜਦ ਉਸ ਨੂੰ ਪੂਰਨ ਤੌਰ ਤੇ ਜਾਣਕਾਰੀ ਮਿਲ ਜਾਏ, ਉਹਦੇ ਸਵਾਲਾਂ ਦਾ ਜਵਾਬ ਮਿਲ ਜਾਏ। ਤੋ ਆਦਿ ਕਾਲ ਤੋਂ ਮੰਗਲ ਗਾਇਨ ਹੁੰਦੇ ਰਹੇ ਸਰਸਵਤੀ ਦੇ, ਗਣੇਸ਼ ਦੇ, ਔਰ ਇਹ ਕਲਪਨਾ ਬੜੀ ਪ੍ਰਬਲ ਰੂਪ ਦੇ ਵਿੱਚ ਧਾਰਮਿਕ ਦੁਨੀਆ ਦੀ ਛਾਈ ਰਹੀ ਕਿ ਸਿੱਧੀ ਦਾਤਾ ਗਣੇਸ਼ ਹੈ, ਬੁੱਧੀ ਦਾਤਾ ਸਰਸਵਤੀ ਹੈ। ਸਿਲਸਿਲਾਵਾਰ ਧਾਰਮਿਕ ਰਹਿਬਰੀ ਪੁਰਸ਼ਾਂ ਦੀ ਸ਼ੰਖਲਾ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ। ਆਪ ਨੇ ਉਸ ਪਰੰਪਰਾ ਤੋਂ ਵੱਖ ਹੋ ਕੇ ਜੋ ਮੰਗਲ ਗਾਇਨ ਕੀਤਾ ਹੈ ਉਹ ਕਰਤੇ ਦਾ, ਕ੍ਰਿਤ ਦਾ ਨਹੀਂ। ਔਰ ਸਾਹਿਬਾਂ ਦੀ ਇਹ ਧਾਰਨਾ ਕਿ ਸਿੱਧ ਔਰ ਬੁੱਧ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਤੋਂ ਵੀ ਪ੍ਰਾਪਤ ਨਹੀਂ ਹੋ ਸਕਦੀ। ਅਗਰ ਸਿੱਧ ਤੇ ਬੁੱਧ ਇੱਕ ਈਸ਼ਵਰ ਤੋਂ ਬਿਨਾਂ ਵੀ ਕਿਸੇ ਹੋਰ ਤੋਂ ਪ੍ਰਾਪਤ ਹੋ ਸਕਦੀ ਹੈ
तो ईश्वर की पूजा की कोई लोड़ ही नहीं रह जाती, उसकी प्रस्तिश की कोई लोड़ ही नहीं रह जाती, क्योंकि मनुख की मूल मंगां ही यही दो ने, सिद्ध और बुद्ध। तो साहिब श्री गुरु नानक देव जी महाराज ने जो मंगल गायन कीता, ये गुरमत दे मूल मंत्र मनिया जाता है। गुरु ग्रंथ साहब जी महाराज का मंगलाचरण और जपजी साहब का मंगलाचरण, ये मंगल एक तो शुरू होता है। एक सिद्धि एक तो मिलती है, बुद्ध एक तो मिलती है, उत्पत्ति एक तो है, पालना एक तो है, नाश एक तो है। जगत दी मूल सता एक है और सारी अनेकता उस एक दे आसरे ते खड़ी है। सारी अनेकता उस एक दे चों पैदा होंदी है। साहिब श्री गुरु नानक देव जी महाराज जद विस्माद मंडल विच गए ने, जद एक रूप होए ने, तां आप दी रसना तो वाक भी एक निकले। एक ओंकार, वो एक है और वो ओंकार है। भाव उस तो ही उत्पत्ति हो रही है, पालना हो रही है, नाश हो रहा है। ओंकार तीन शब्दां दा जोड़ है, अकार उकार मकार। उत्पत्ति करने वाला, पालना करने वाला, नाश करने वाला, ये सारी क्रिया एक तो हो रही है। वो जो एक ओंकार है, साहिब कहते वो सत्य है, सदैवी है, हमेश है। और वो जो सत्य स्वरूप है वो हस्ती वाला है, उदा नाम है। जैसे असी कह देने फलाने दा नाम बहुत वड्डा हो गया है, फलाने दा नाम आसमान ते चढ़ गया, मतलब है उदी हस्ती बहुत हो गई है, उदी समर्था वध गई है, उदी ताकत वध गई है। वो जो एक है जिस तो उत्पत्ति पालना ते नाश हो रहा है, वो सत स्वरूप है, हस्ती वाला है, नामने वाला है। वो जिसदी हस्ती है वो फिर कृत नहीं है, करता है। और जो करता है ऐसा करता है कि अपनी कृत दे च पूरे होया। वो केवल करता नहीं, वो करता पुरख है। कुमार ने घड़े बनाए, कुमार अपने घर बैठा है, घड़े किसे होर दे घर ने। मुसव्वर ने तस्वीर बनाई है, मुसव्वर अपने घर दे च है, तस्वीर किसे होर घर दे च लटकी हुई है। ठठियार ने भांडे बनाए ने पित्तल दे, वो अपने घर दे च बैठा है, भांडे किसे होर दे घर दे च ने। परमात्मा ऐसा करता नहीं है कि उसकी कृत उस तो वख होवे, नहीं। उसने जो कुछ भी बनाया है अपनी बनतर दे च बैठ गया है। चाहे वह रेत दा जर्रा है, चाहे वह सूरज दी किरण है, चाहे फुल्लां दी सुंदरता है, चाहे बदलां दी गर्जन है, चाहे सागर दियां लहरां ने, चाहे कीड़ी है, चाहे हाथी है। जो भी उसकी कृत है ब्रह्मंड दे जर्रे जर्रे दे वो व्यापक है, पूरे होया है। पुरख दे अखरी अर्थ भी यही ने, पुरी पुरी बसंता सपुरखा। जो पुरियां पुरियां दे च रमिया होया है वो पुरख है। वो ऐसा करता पुरख है जिदा स्वभाव है कि भय तो रहित, निर्भव निर्वैर। बड़े मूल औगण ने। किसे दा वैर हिरदे च रखना, किसे दा भय हिरदे च रखना। इस तरह दे मनुख नूं नरक दे च जाण दी लोड़ नहीं, जो भय दे च जी रहा है, वैर दे च जी रहा है। कई दफा असीं देखदे हां दुश्मन नहीं चंगा लगदा, पर दुश्मनी नूं हिरदे च धारण कीता है। जब दुश्मन नहीं चंगा तो फिर दुश्मनी नूं भी बाहर कढीए। जे दुश्मन भैड़ा है तो फिर दुश्मनी भी भैड़ी है। वो जो करता पुरख है भय तो रहत है, और उसका भय तो रहत होना उंज भी सुभावक है, क्योंकि उस तो वड्डा ही कोई नहीं। और अक्सर भय वड्डे दा हुंदा है, वैर शरीकां नाल हुंदा है। तिसका शरीक को नाही, ना को कंटक वैर आई। उदा कोई शरीक ही नहीं, उस तो कोई वड्डा ही नहीं।
ਤੋ ਸਤਿਗੁਰ ਕਹਿੰਦੇ ਨੇ ਉਹ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਫਿਰ ਸਮੇਂ ਤੋਂ ਵੀ ਰਹਿਤ ਹੈ। ਅਕਾਲ, ਉਸ ਦਾ ਕੋਈ ਮਾਜ਼ੀ ਨਹੀਂ, ਉਸ ਦਾ ਕੋਈ ਮੁਸਤਕਬਲ ਨਹੀਂ। ਭੂਤਕਾਲ ਤੇ ਭਵਿਸ਼ ਦੀ ਸੰਭਾਵਨਾ ਪਰਮਾਤਮਾ ਨਾਲ ਨਹੀਂ ਜੋੜੀ ਜਾ ਸਕਦੀ। ਅਸੀਂ ਐਸਾ ਨਹੀਂ ਕਹਿ ਸਕਦੇ ਪਰਮਾਤਮਾ ਹੋਇਆ ਸੀ, ਉਹ ਭੂਤਕਾਲ ਦੀ ਘਟਨਾ ਨਹੀਂ ਹੈ। ਪਰਮਾਤਮਾ ਹੋਵੇਗਾ, ਉਹ ਮੁਸਤਕਬਲ ਦੀ ਸੰਭਾਵਨਾ ਨਹੀਂ ਹੈ, ਉਹ ਭਵਿਸ਼ ਦੀ ਸੰਭਾਵਨਾ ਨਹੀਂ ਹੈ, ਉਹ ਭੂਤਕਾਲ ਦੀ ਘਟਨਾ ਨਹੀਂ। ਉਹਦੇ ਨਾਲ ਅਸੀਂ ਜੋੜ ਸਕਦੇ ਹਾਂ ਤਾਂ ਕੇਵਲ ਵਰਤਮਾਨ ਪਰਮਾਤਮਾ ਹੈ ਸੋ ਹੈ। ਤਿੰਨ ਕਾਲਾਂ ਦੇ ਚ ਉਹ ਨਹੀਂ, ਉਹ ਤ੍ਰੈ ਕਾਲ ਦਰਸੀ ਹੈ। ਉਹ ਤਿੰਨ ਕਾਲਾਂ ਨੂੰ ਵੇਖਣ ਵਾਲਾ ਹੈ, ਉਹ ਖੁਦ ਤਿੰਨ ਕਾਲਾਂ ਦੇ ਅੰਦਰ ਨਹੀਂ ਹੈ। ਤ੍ਰੈ ਕਾਲ ਦਰਸੀ ਹੈ। ਇਸ ਵਾਸਤੇ ਸਤਿਗੁਰੂ ਨੇ ਕਹਿ ਦਿੱਤਾ ਹੈ ਅਕਾਲ, ਸਮੇਂ ਤੋਂ ਪਰੇ, ਜੋ ਸਮੇਂ ਦੇ ਵਿੱਚ ਨਹੀਂ ਹੈ। ਸਮੇਂ ਨੂੰ ਦੇਖਣ ਵਾਲਾ ਹੈ, ਜਿਸ ਤੋਂ ਸਮਾਂ ਪੈਦਾ ਹੁੰਦਾ ਹੈ, ਜੋ ਸਮੇਂ ਦੇ ਵਿੱਚ ਨਹੀਂ ਹੈ। ਔਰ ਉਂਝ ਵੀ ਪਰਮ ਆਨੰਦ ਦੀ ਦੁਨੀਆ ਦੇ ਵਿੱਚ ਸਮਾਂ ਕੋਈ ਮਾਇਨੇ ਹੀ ਨਹੀਂ ਰੱਖਦਾ। ਮਨੁੱਖ ਦੁੱਖ ਦੇ ਵਿੱਚ ਹੈ, ਸਮਾਂ ਬਤੀਤ ਨਹੀਂ ਹੁੰਦਾ, ਸਮਾਂ ਵੱਡਾ ਹੋ ਜਾਂਦਾ ਹੈ, ਕਾਲ ਵੱਡਾ ਹੋ ਜਾਂਦਾ ਹੈ। ਕਿਸੇ ਖੁਸ਼ੀ ਦੇ ਵਿੱਚ ਹੈ, ਆਨੰਦ ਦੇ ਵਿੱਚ ਹੈ, ਮਸਤੀ ਦੇ ਵਿੱਚ ਹੈ, ਮਨੁੱਖ ਕਹਿ ਉੱਠਦਾ ਹੈ ਅੱਜ ਦਾ ਦਿਨ ਤੇ ਇੰਜ ਲੰਘ ਗਿਆ ਜਿਵੇਂ ਇੱਕ ਪਲ ਲੰਘਿਆ, ਅੱਜ ਦੀ ਰਾਤ ਤੇ ਇੰਜ ਲੰਘ ਗਈ ਜਿਵੇਂ ਇੱਕ ਘੜੀ ਲੰਘੀ ਹੈ। ਪਰ ਮਨੁੱਖ ਦੁੱਖ ਦੇ ਵਿੱਚ ਹੈ, ਬੇਚੈਨੀ ਦੇ ਵਿੱਚ ਹੈ, ਵਿਪਤਾ ਦੇ ਵਿੱਚ ਹੈ, ਕਹਿ ਉੱਠਦਾ ਹੈ ਅੱਜ ਦੀ ਰਾਤ ਤੇ ਪਹਾੜ ਬਣ ਗਈ ਹੈ, ਅਬੂਰ ਹੀ ਨਹੀਂ ਆਉਂਦੀ। ਅੱਜ ਦਾ ਦਿਨ ਤੇ ਇੱਕ ਯੁੱਗ ਬਣ ਗਿਆ ਹੈ, ਲੰਘਦਾ ਹੀ ਨਹੀਂ। ਦੁੱਖ ਚਾਹੇ ਸੰਸਾਰਿਕ ਹੋਵੇ ਚਾਹੇ ਅਧਿਆਤਮਿਕ ਹੋਵੇ, ਸਮਾਂ ਲੰਬਾ ਹੋ ਜਾਂਦਾ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਫਰਮਾਨ ਹੈ, ਚਾਰ ਪਹਿਰ ਚੌ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨ ਜਾਣੇ। हे ਪ੍ਰਭੂ, ਤੇਰੇ ਵਿਛੋੜੇ ਦਾ ਜਿਹੜਾ ਦੁੱਖ ਹੈ, ਉਹਦੇ ਚ ਦਿਨ ਦੇ ਚਾਰ ਪਹਿਰ ਮਾਨੋ ਚਾਰ ਯੁੱਗ ਹੋ ਗਏ ਨੇ, ਲੰਘਦੇ ਹੀ ਨਹੀਂ। ਤੇ ਰਾਤ ਕਿਤਨੀ ਲੰਬੀ ਹੈ, ਇਹ ਤੇ ਕਥਨ ਤੋਂ ਵੀ ਪਰੇ ਹੈ, ਇਹ ਤੇ ਕਹਿਣ ਤੋਂ ਵੀ ਪਰੇ ਹੈ। ਪ੍ਰਮਾਤਮਾ ਆਨੰਦ ਸਰੂਪ ਹੈ, ਉੱਥੇ ਸਮਾਂ ਹੀ ਨਹੀਂ ਹੈ, ਉੱਥੇ ਦਿਨ ਰਾਤ ਹੀ ਨਹੀਂ ਹੈ। ਭਗਤ ਕਬੀਰ ਕਹਿੰਦੇ ਨੇ, ਦਿਨ ਸੋ ਰੈਨ ਨਹੀਂ, ਬੇਦ ਨਹੀਂ ਸ਼ਾਸਤਰ, ਤਾਹਾਂ ਬਸੇ ਨਿਰੰਕਾਰਾ, ਕਹਿਤ ਕਬੀਰ ਨਰ ਤਿਸੇ ਧਿਆਵੋ, ਬਾਵਰਿਆ ਸੰਸਾਰਾ। ਉੱਥੇ ਸਮਾਂ ਨਹੀਂ ਹੈ, ਕਿਉਂਕਿ ਸਮੇਂ ਦਾ ਬੋਧ ਸੂਰਜ ਤੇ ਚੰਦਰਮਾ ਕਰਕੇ ਹੁੰਦਾ। ਜਦ ਚੰਦਰਮਾ ਦਿਖਾਈ ਦੇਵੇ ਰਾਤ ਹੈ, ਜਦ ਸੂਰਜ ਦਿਖਾਈ ਦੇਵੇ ਦਿਨ ਹੈ। ਦਿਨ ਤੇ ਰਾਤ ਦਾ ਬੋਧ ਤਾਰਿਆਂ ਕਰਕੇ, ਸੂਰਜ ਕਰਕੇ ਹੈ। ਦਿਨ ਸੋ ਰਹਿਣ ਨਹੀਂ, ਦਿਨ ਰਾਤ ਉੱਥੇ ਨਹੀਂ ਨੇ, ਸਮਾਂ ਖੋ ਗਿਆ। ਅਕਾਲ ਤੋ ਕੇਵਲ ਅਸੀਂ ਵਰਤਮਾਨ ਹੀ ਪਰਮਾਤਮਾ ਨੂੰ ਦੇ ਸਕਦੇ ਹਾਂ, ਮਾਜ਼ੀ ਮੁਸਤਕਬਲ ਨਹੀਂ। ਕਹਿ ਸਕਦੇ ਹਾਂ ਪਰਮਾਤਮਾ ਹੈ ਸੋ ਹੈ। ਤੋ ਸਤਿਗੁਰ ਕਹਿੰਦੇ ਨੇ ਉਹ ਅਕਾਲ ਹੈ, ਸਮੇਂ ਤੋਂ ਪਰੇ ਹੈ। ਤੋ ਕਿਧਰੇ ਐਸਾ ਹੀ ਨਾ ਸਮਝ ਲਿਆ ਜਾਏ ਉਹ ਇੱਕ ਕਲਪਨਾ ਹੈ। ਤੋ ਸਤਿਗੁਰ ਕਹਿੰਦੇ ਨਹੀਂ, ਮੂਰਤ ਮੂਰਤੀਮਾਨ ਹੈ, ਉਹਦੀ ਹੋਂਦ ਹੈ, ਉਹਦਾ ਵਜੂਦ ਹੈ। ਪਰ ਵਜੂਦ ਤੋਂ ਕਿਧਰੇ ਐਸਾ ਖਿਆਲ ਨਾ ਬਣ ਜਾਏ ਕਿ ਵਾਕਈ ਉਹ ਘੜਿਆ ਗਿਆ ਹੈ, ਬਣਾਇਆ ਗਿਆ ਹੈ ਜਾਂ ਜਨਮਾਇਆ ਗਿਆ ਹੈ। ਤੋ ਇੱਕਦਮ ਸਤਿਗੁਰ ਕਹਿੰਦੇ ਨੇ ਅਜੌਨੀ, ਉਹਦਾ ਜਨਮ ਨਹੀਂ ਹੈ, ਉਹਨੂੰ ਕਿਸੇ ਬਣਾਇਆ ਨਹੀਂ ਹੈ, ਉਹਦੀ ਮੂਰਤ ਕ੍ਰਿਤ ਨਹੀਂ ਹੈ, ਉਹ ਅਜੌਨੀ ਹੈ, ਜਨਮ ਦੇ ਚ ਨਹੀਂ। ਮੂਰਤੀਮਾਨ ਜ਼ਰੂਰ ਹੈ ਪਰ ਅਜਨਮ ਹੈ, ਜਨਮ ਦੇ ਚ ਨਹੀਂ। ਫਿਰ ਉਸ ਦੀ ਹਸਤੀ ਕਿਸ ਤਰ੍ਹਾਂ ਹੈ? ਤੋ ਸਤਿਗੁਰ ਕਹਿੰਦੇ ਨੇ ਸਹਿ ਭੰਗ, ਉਹ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਮ, ਦੋਈ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ। ਉਹਨੇ ਆਪਣੀ ਸਾਜਨਾ ਆਪ ਕੀਤੀ ਹੈ, ਉਹਨੇ ਆਪਣੀ ਬੰਤਰ ਆਪ ਕੀਤੀ ਹੈ, ਉਹਨੇ ਆਪਣਾ ਫੈਲਾਵ ਵਿਸਤਾਰ ਆਪ ਕੀਤਾ ਹੈ,
और आप ही अपने आप ਨੂੰ ਸੁਕੇੜ ਲੈਂਦਾ ਹੈ। जब उद करख करा कर तारा प्रजा धरत तब दे अपारा जब आकर्ख करत हों कब हों तुम मैं मिलत देह धर सब हों। सैभंग ਉਹ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਐਸਾ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਗੁਰ, ਉਹ ਰੋਸ਼ਨੀ ਹੈ, ਉਹ ਚਾਨਣਾ ਹੈ, ਉਹ ਗਿਆਨ ਹੈ, ਗਿਆਨ ਦਾਤਾ ਹੈ, गुरु है। ऐसा जो परमात्मा है जो गुरु है, आदि गुरु केवल परमात्मा है और कोई गुरु नहीं। आद अंत एक अवतारा सोई गुरु समझो हमारा। अपरंपर पार ब्रह्म परमेश्वर नानक गुर मिलिया सोई जियो। कीड़े मकोड़िया नूं भी जीवन चर्या दा ज्ञान परिपूर्ण परमात्मा ने दे रखा है। बच्चों की पैदाइश किवें होंदी है, इन्हां दी पालना किवें करी दी है, ये पंछियां नूं पता है, चौपाए जानवरां नूं पता है। किसी स्कूल दे चों पढ़न नहीं जाते, कोई किताबां उन्होंने नहीं पढ़िया, कोई ज्ञान उन्होंने नहीं देंदा, लेकिन इस सारे दा सारा बोध उन्हां दे अंदर मौजूद है। इत्थों स्पष्ट हो गई कि सारे जीवां दा प्रेरणादायक है केवल परमात्मा, ज्ञानदायक केवल ईश्वर है। जितने सुंदर घोंसले कई दफा पंछी बना लेंदे ने, कोई मनुख इस ढंग की सोहनी बुणतर नहीं बना सकता। तो ज्ञान है, तो ये सारे दा सारा ज्ञान देण वाला परमात्मा है, ते ज्ञान देण दे नाते वही परमात्मा गुरु है। आप कहते ने गुरु, और वो जो गुरु है प्रसाद दया दी मूर्ति है, दयालु है, कृपालु है, दया दा घर है। ये जपजी साहब दा मंगल है, ये गुरु ग्रंथ साहब जी महाराज दा मंगल है। अगे शब्द है जप, जप बाणी दा नाम है। गुरु ग्रंथ साहब जी महाराज दे जितनियां बाणियां आईयां ने बकायदा उन्हां दे नाम ने, सुखमनी, रहरास, सोहिला और इसे तरीके नाल चौबोले, फुने छंद, भट्टां दे सवैये, संस्कृति, श्लोक इत्यादक वारां वख वख बकायदा बाणियां दे नाम ने। तो सब तो प्रथम पहली जिहड़ी बाणी है इहदा नाम है जप। जप साहब दे दो श्लोक ने, 38 पौड़ियां ने। पहला श्लोक उपकर्म है, अखीरला श्लोक उपसंगार है। प्रथम श्लोक आद सच जुगाद सच है भी सच, नानक होसी भी सच। अखीरला श्लोक उपसंगार पौण गुरु पाणी पिता माता धरत महत। दो श्लोकां दे विचकार 38 पौड़ियां ने, और ये 38 पौड़ियां परमात्मा तक पहुंचण दा एक वसीला साहिब गुरु नानक देव जी महाराज ने जगत नूं बख्शिश कीता है। पहले श्लोक दे आप फरमान करते हैं, चूंकि बाणी दा नाम है जप, तो जप किस दा करना है ये दसते ने। किस दा जप करना है? आद सच जुगाद सच है भी सच, नानक होसी भी सच। आद सच जो अनादि, जिदा आद लभ्या नहीं जा सकता, और उस वक्त भी एक कायम दायम सी, अजे जुगां दा आरंभ नहीं होया सी, उस वक्त भी ये सच मौजूद सी, हुण भी है और अगां भी यही सच होवेगा, सदैवी है, हमेशा है। इसे दा ही जप करना है। इस सत तक पहुंचण वास्ते, उस आद सच तक पहुंचण वास्ते, जुगाद सच तक पहुंचण वास्ते जगत दे वख वख साधन जुटाए गए। जैसे धन कमाण दे कई तरीके ने, धर्म कमाण दे भी कई तरीके ने। जैसे भुख मिटाण वास्ते कई प्रकार दा भोजन है। साडे देश दे तरह तरह दे अन्न खादे जांदे ने। महाराष्ट्र दे लोग ज्वारी खा के गुजारा कर लेंदे ने, कोई बाजरा खांदा है, कोई कणक खा के अपनी उपजीविका चलांदा है, और ऐसे प्रांत ने जिन्हां दी खुराक केवल चावल है।
ਤਰ੍ਹਾਂ ਤਰ੍ਹਾਂ ਦੇ ਸਾਗ ਸਬਜ਼ੀਆਂ ਵੱਖ-ਵੱਖ ਜੋ ਭੁੱਖ ਨੂੰ ਮਿਟਾਉਂਦੀਆਂ ਨੇ। ਭੋਜਨ ਅਨੇਕ ਪ੍ਰਕਾਰ ਦਾ ਹੈ, ਭੁੱਖ ਸਾਰਿਆਂ ਦੇ ਅੰਦਰ ਇੱਕੋ ਹੀ ਹੈ। ਭਜਨ ਦਾ ਢੰਗ ਵੱਖ-ਵੱਖ ਹੋ ਸਕਦਾ ਹੈ, ਭਜਨ ਦੇ ਤਰੀਕੇ ਵੱਖ-ਵੱਖ ਹੋ ਸਕਦੇ ਨੇ, ਧਰਮ ਦੀ ਧਾਰਨਾ ਵੱਖ-ਵੱਖ ਹੋ ਸਕਦੀ ਹੈ, ਪਰ ਸਾਰਿਆਂ ਦੇ ਅੰਦਰ ਪ੍ਰਭੂ ਮਿਲਣ ਦੀ ਜੋ ਪਿਆਸ ਹੈ ਉਹ ਇੱਕ ਹੈ, ਜੋ ਪ੍ਰਮਾਤਮਾ ਦੇ ਮਿਲਣ ਦੀ ਤੜਪ ਹੈ ਉਹ ਇੱਕ ਹੈ। ਲੇਕਿਨ ਐਸਾ ਵੀ ਹੋ ਸਕਦਾ ਹੈ ਕਿ ਕਈ ਦਫਾ ਪੌਸ਼ਟਿਕ ਤੇ ਪਵਿੱਤਰ ਭੋਜਨ ਨਾ ਮਿਲੇ ਤਾਂ ਮਜਬੂਰੀ 'ਚ ਮਨੁੱਖ ਅਪਵਿੱਤਰ ਤੇ ਗਲਤ ਭੋਜਨ ਵੀ ਕਰ ਲੈਂਦਾ ਹੈ ਜਾਂ ਅਗਿਆਨਵਸ ਹੋ ਕੇ ਕਰ ਲੈਂਦਾ ਹੈ। ਸਵੱਛ ਪਾਣੀ ਪੀਣ ਨੂੰ ਨਾ ਮਿਲੇ ਔਰ ਬੰਦਾ ਬਹੁਤ ਤ੍ਰਿਖਾਵੰਤ ਹੋਵੇ ਤਾਂ ਮਜਬੂਰਨ ਇਹ ਗੰਦਲਾ ਜਲ ਵੀ ਪੀ ਲੈਂਦਾ ਹੈ। ਇਸੇ ਤਰੀਕੇ ਦੇ ਨਾਲ ਜੋ ਕੁਝ ਸਾਧਨ ਜਗਤ ਵਿੱਚ ਪ੍ਰਚਲਿਤ ਸਨ ਤੇ ਜਿਹੜੇ ਸਾਧਨ ਪ੍ਰਮਾਤਮਾ ਤੱਕ ਪਹੁੰਚਾਉਣ ਵਿੱਚ ਅਸਮਰਥ ਸਨ, ਜਗਤ ਗੁਰੂ ਬਾਬੇ ਨੇ ਉਹਨਾਂ ਦੀ ਚਰਚਾ ਕੀਤੀ ਔਰ ਇਸ ਪ੍ਰਥਮ ਪੌੜੀ ਵਿੱਚ ਇਹ ਵੀ ਦੱਸਿਆ ਕਿ ਪ੍ਰਮਾਤਮਾ ਤੱਕ ਪਹੁੰਚਣ ਤੱਕ ਸਭ ਤੋਂ ਵੱਡੀ ਰਸਤੇ ਵਿੱਚ ਬਾਧਾ ਕੀ ਹੈ, ਉਹ ਇਸੇ ਹੀ ਪੌੜੀ ਵਿੱਚ ਦੱਸਿਆ ਕਿ ਕਿਉ ਸਚਿਆਰਾ ਹੋਈਏ, ਕਿਉ ਕੂੜੇ ਟੁੱਟੇ ਪਾਲ। परमात्मा की है सच, बाधा की है कूड़। परमात्मा की है सत्य और ईश्वर तक पहुंचने वास्ते रस्ते विच बाधा की है झूठ, असत्य। सिर्फ मनुख ने असत्य दी दीवार तोड़नी है, सत्य तक अपने आप पहुंच जाएगा। सिर्फ मनुख ने कूड़ नूं छड्डना है, सच दी प्राप्ति अपने आप हो जाएगी। सिर्फ मनुख ने अपने हत्थां चों कंकर ते कौडियां नूं सुटना है, हीरे रतन अपने आप प्राप्त हो जाणगे। छोड़न दी हिम्मत चाहिदी है। तो ये असत, ये कूड़ एक दीवार है। इस दीवार नूं तोड़न दे जो जो उपराले कीते गए जगत गुरु बाबा उन्हां दा जिक्र करदे ने, क्योंकि मन नूं जिहड़ी मैल चढ़ी है वो कूड़ दी है, रस्ते दी जिहड़ी दीवार है ये कूड़ दी है। तो एक तरीका ये अपनाया गया साडे देश दे विच कि तीर्थां दा इशनान करिए और इशनान करदियां झूठ दी कंध ढह जाएगी। इशनान करदियां कूड़ दी मैल उतर जाएगी, सच दी प्राप्ति हो जाएगी। साहिब श्री गुरु नानक देव जी महाराज कल युग दे महान रहबरी पुरुष इस साधन नाल सहमत नहीं। आप दा फरमान है कि सोचे सोच न होवई, जे सोची लख वार। सोच शब्द संस्कृत दा है, इहदे अर्थ ने पवित्रता, इशनान। सोच करे दिन सर रात, मन की मैल न तन ते जात। सोच करन दे नाल, इशनान करन दे नाल मन सुच्चा नहीं होता। इशनान करन दे नाल कूड़ दी मैल उतरदी नहीं, बल्कि भगत कबीर ते इत्थे तक कहंदे ने, जल के मज्जन जेगत होवे, नित नित मेंढक नावे, तैसे मेंढक तैसे ओ नर, फिर फिर जोनी आवे। आप होर एक वाक विच फरमान कर देन, कबीर गंगा तीर जो घर करे, पीवे निर्मल नीर, बिन हर भजन न मुक्त होए, इम कह रहमे कबीर। आप दे बीचक नामक ग्रंथ विच एक बड़ा सुंदर छंद है। आप कहंदे ने, गंग नहाए जो नर तरहें, मेंढक क्यों न तरहें, जिनके गंगा में घर है। शंख बजाए जो नर तरहें, गधे क्यों न तरहें, जिनके शंख जैसे सुर हैं। जट बढ़ाए जो नर तरहें, मोर क्यों न तरहें, जिनके लंबे लंबे पर हैं। कहत कबीर सुनो रे संतो,
वही नर तर हैं जिनके हिरदे में हर है। इस तरह ਦੇ ਮਹਾਂਪੁਰਸ਼ ਪਰੰਪਰਾਵਾਦੀ ਨਹੀਂ ਹੁੰਦੇ, ਸਤਵਾਦੀ ਹੁੰਦੇ ਨੇ। ਸਤਵਾਦੀਆਂ ਦਾ ਤੇ ਪਰੰਪਰਾਵਾਦੀਆਂ ਦਾ ਹਮੇਸ਼ਾ ਘੋਲ ਰਿਹਾ ਹੈ। ਸਤਵਾਦੀ ਵੀ ਦੋ ਤਰ੍ਹਾਂ ਦੇ ਰਹੇ ਨੇ। ਸੱਚ ਜਾਣ ਲਿਆ, ਕਹਿਣਾ ਨਹੀਂ। ਵੀ ਕਿਉਂ ਨਹੀਂ ਕਹਿਣਾ? ਕਿਉਂਕਿ ਕਵਾਂਗੇ ਤਾਂ ਜਗਤ ਵਿਰੋਧਤਾ ਦੇ ਚ ਖੜਾ ਹੋਵੇਗਾ, ਆਖਾਂਗੇ ਸੰਸਾਰ ਸਹਿਮਤ ਨਹੀਂ ਹੋਵੇਗਾ। ਦੂਸਰੇ ਸਤਵਾਦੀ ਉਹ ਨੇ, ਸੱਚ ਜਾਣਿਆ, ਸੱਚ ਕਹਿਣਾ ਵੀ ਹੈ ਤਾਂ ਕਿ ਜਗਤ ਦੀ ਝੋਲੀ ਚ ਪੈ ਸਕੇ। ਸੱਚ ਨੂੰ ਸਮਝਿਆ ਤਾਂ ਸੱਚ ਦੀ ਸੂਝ ਵੀ ਦੇਣੀ। ਤੋ ਸੰਸਾਰ ਦੇ ਚ ਇਸ ਤਰ੍ਹਾਂ ਦੇ ਦੋ ਸਤਵਾਦੀ ਹੋਏ ਨੇ, ਦੋ ਤਰ੍ਹਾਂ ਦੇ। ਇੱਕ ਨੇ ਜਾਣਿਆ, ਆਖਿਆ ਨਹੀਂ। ਇੱਕ ਨੇ ਜਾਣਿਆ, ਉੱਚੀ ਆਵਾਜ਼ ਨਾਲ ਕਹਿ ਦਿੱਤਾ। ਜਾਣਿਆ ਤੇ ਆਖਿਆ ਕਿਉਂ ਨਹੀਂ? ਵਿਰੋਧਤਾ ਤੋਂ ਡਰਿਆ, ਦੁੱਖ ਤੋਂ ਡਰਿਆ। ਇਸ ਤਰ੍ਹਾਂ ਦੇ ਫਕੀਰਾਂ ਦੇ ਚੋਂ, ਸੰਤਾਂ ਦੇ ਚੋਂ ਸਾਈਂ ਬੁੱਲੇ ਸ਼ਾਹ ਦਾ ਨਾਂ ਸਭ ਤੋਂ ਅੱਗੇ ਆ ਜਾਂਦਾ, ਜੋ ਕਹਿੰਦੇ ਨੇ ਇੱਕ ਵਾਜਬ ਸ਼ਰਤ ਅਦਬ ਦੀ ਹੈ, ਹਰ ਹਰ ਵਿੱਚ ਸੂਰਤ ਰੱਬ ਦੀ ਹੈ। ਪਰ ਜੇ ਜ਼ਾਹਿਰ ਕਰਾਂ ਇਸਰਾਰ ਤਾਈਂ, ਸਾਰੇ ਭੁੱਲ ਜਾਵਨ ਤਕਰਾਰ ਤਾਈਂ, ਫਿਰ ਮਾਰਨ ਬੁੱਲੇ ਯਾਰ ਥਾਈਂ, ਇੱਥੇ ਗੁਪਤੀ ਬਾਤ ਸੁਖੀਂਦੀ ਹੈ। ਜੋ ਮੈਂ ਜਾਣਿਆ ਜੇ ਮੈਂ ਕਹਿ ਦਿਆਂ ਤੇ ਬੁੱਲੇ ਯਾਰ ਦੀ ਖੈਰ ਕੋਈ ਨਹੀਂ, ਫਿਰ ਮਾਰਨ ਬੁੱਲੇ ਯਾਰ ਥਾਈਂ। ਇਸ ਤਰ੍ਹਾਂ ਦੇ ਸਤਵਾਦੀ ਖਾਮੋਸ਼ ਹੋ ਗਏ, ਜੋ ਜਾਣਿਆ ਨਹੀਂ ਕਿਹਾ। ਪਰ ਕੁਝ ਐਸੇ ਸਨ, ਜਾਣਿਆ ਤੇ ਆਖ ਦਿੱਤਾ, ਕਹਿ ਦਿੱਤਾ। ਤਾਂ ਕੁਦਰਤੀ ਗੱਲ ਹੈ, ਸੰਘਰਸ਼ ਖੜਾ ਹੋਇਆ। ਜਿਨ੍ਹਾਂ ਨੇ ਜਾਣਿਆ ਤੇ ਫਿਰ ਕਹਿ ਦਿੱਤਾ, ਉਹਨਾਂ ਨੂੰ ਤੱਤੀ ਤਵੀ ਤੇ ਬੈਠਣਾ ਪਿਆ, ਭੂਤਨਾ ਬੇਤਾਲਾ ਸ਼ਬਦ ਸੁਣਨੇ ਪਏ, ਚਾਂਦਨੀ ਚੌਂਕ ਦੇ ਸ਼ਹੀਦ ਹੋਣਾ ਪਿਆ, ਆਪਣੇ ਬੱਚੇ ਕੁਹਾਣੇ ਪਏ, ਖੁਦ ਦਰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਸੱਚ ਜਾਣਿਆ ਈਸਾ ਨੇ ਤੇ ਕਹਿ ਦਿੱਤਾ, ਸੂਲੀ ਤੇ ਚੜ੍ਹਨਾ ਪਿਆ। ਸੱਚ ਜਾਣਿਆ ਤੇ ਕਹਿ ਦਿੱਤਾ, ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੰਤ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ, ਔਰ ਇਸੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇਤਨੀ ਕਰੜੀ ਸਜ਼ਾ ਕਿਸੇ ਚੋਰ ਤੇ ਯਾਰ ਨੂੰ ਵੀ ਨਹੀਂ ਦਿੱਤੀ ਗਈ ਜਿਤਨੀ ਸਤਵਾਦੀਆਂ ਨੂੰ ਦਿੱਤੀ ਗਈ। ਕਾਰਨ ਜਦ ਕੋਈ ਸਤਵਾਦੀ ਜਗਤ ਦੇ ਚ ਆਉਂਦਾ ਤੇ ਸੱਚ ਕਹਿੰਦਾ, ਇਹਦੇ ਨਾਲ ਝੂਠ ਨੀਵਾਂ ਹੋ ਜਾਂਦਾ, ਝੂਠੇ ਹੰਕਾਰ ਨੂੰ ਚੋਟ ਲੱਗਦੀ ਹੈ। ਇਸ ਵਾਸਤੇ ਸੱਚ ਨੂੰ ਝੂਠ ਬਰਦਾਸ਼ਤ ਹੀ ਨਹੀਂ ਕਰਦਾ। ਸੱਚ ਇਤਨਾ ਉੱਚਾ ਹੈ ਕਿ ਝੂਠਿਆਂ ਦੇ ਸਿਰ ਦੇ ਉੱਪਰੋਂ ਲੰਘਦਾ ਹੈ, ਤੇ ਝੂਠਾ ਆਪਣੇ ਸਿਰ ਦੇ ਉੱਪਰ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦਾ। ਝੂਠਾ ਪੈਰਾਂ ਦੇ ਥੱਲੇ ਤੇ ਕਿਸੇ ਨੂੰ ਰੱਖ ਸਕਦਾ ਹੈ, ਬਰਾਬਰੀ ਵੀ ਕਿਸੇ ਨੂੰ ਦੇ ਸਕਦਾ ਹੈ, ਪਰ ਕੋਈ ਸਿਰ ਦੇ ਉੱਪਰੋਂ ਲੰਘੇ, ਇਹ ਝੂਠੇ ਨੂੰ ਬਰਦਾਸ਼ਤ ਨਹੀਂ। ਸਾਰੇ ਦਾ ਸਾਰਾ ਇਹ ਜਗਤ ਸਤਵਾਦੀਆਂ ਦੀ ਵਿਰੋਧਤਾ ਦੇ ਵਿੱਚ ਖੜਾ ਹੋ ਜਾਂਦਾ ਹੈ। तो साहिब श्री गुरु नानक देव जी महाराज परंपरावादी नहीं ने, सतवादी ने। परंपरावां दी ते धजियां आपने उड़ाइयां ने आसा दीवार दी बाणी दे एक एक सलोक आप दा कीमती। परंपरा ते ये सी कि बेदियां दी कुल दे 9 साल दे बालक नूं जनेऊ पहनना पेगा। जगत गुरु बाबे ने एक पासे रख दिता, कह दिता मैं परंपरावादी नहीं, मैं शरीर दे तल ते जीवन वाला नहीं, मैं आत्मा दे तल ते जीवन वाला। हाँ, कोई ऐसा जनेऊ है जो मेरी आत्मा नूं पवा सकदे हो, काबिले कबूल है, मैं पहन लवांगा, मैं धारण कर लवांगा। पर जे सिर्फ शरीर नूं पहनाना है तो मेरी जिंदगी शरीर दे तल दी है ही नहीं, मैं शरीर दे तल ते जी ही नहीं रहा। तो आम धारणा यह सी कि जगत दे तीर्थां दा इशनान करके, जल दा इशनान करके, पवित्र नदियां दा इशनान करके कूड़ दी मैल नूं धोया जा सकदा है। सतगुरु कहन लगे सोचै सोच न होवई, जे सोची लख वार। साडा देश नदी नालियां दा देश है, सरोवर झीलां दा देश है। इत्थों दे पहाड़ तरह तरह के झरनियां नूं जन्म देंदे ने, पवित्र नदियां नूं जन्म देंदे ने। लेकिन फिर भी
ਇੱਥੇ ਇਸ਼ਨਾਨ ਨੂੰ ਪ੍ਰਭੂ ਪ੍ਰਾਪਤੀ ਦਾ ਵਸੀਲਾ ਦੱਸਿਆ ਗਿਆ। ਜਲ ਦੇ ਇਸ਼ਨਾਨ ਦੀ ਇਤਨੀ ਮਹਾਨਤਾ ਹੋਈ ਕਿ ਵਹੀਰਾਂ ਦੀਆਂ ਵਹੀਰਾਂ ਲੱਖਾਂ ਦੀ ਤਾਦਾਦ ਵਿੱਚ ਤੀਰਥਾਂ ਤੇ ਲੋਕੀ ਜਾ ਕੇ ਇਸ਼ਨਾਨ ਕਰਨਾ ਹੀ ਪੁੰਨ ਸਮਝਣ ਲੱਗ ਪਏ, ਇਸ਼ਨਾਨ ਕਰਨਾ ਹੀ ਪ੍ਰਭੂ ਪ੍ਰਾਪਤੀ ਦਾ ਮੁੱਖ ਵਸੀਲਾ ਸਮਝਣ ਲੱਗ ਪਏ। ਇਸ ਤਰ੍ਹਾਂ ਦੇ ਟੋਲਿਆਂ ਨੂੰ ਸਰੋਵਰ, ਝੀਲਾਂ ਤੇ ਦਰਿਆਵਾਂ ਦੀ ਤਰਫ ਜਾਂਦਿਆਂ ਹੋਇਆਂ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਇਹ ਪਵਿੱਤਰ ਕਲਾਮ ਨਿਕਲੀ ਹੈ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇਸ ਤਰ੍ਹਾਂ ਦਾ ਇਸ਼ਨਾਨ ਇੱਕ ਦਫਾ ਨਹੀਂ, ਜੇ ਲੱਖਾਂ ਦਫਾ ਵੀ ਕੀਤਾ ਜਾਏ ਤਾਂ ਵੀ ਪਵਿੱਤਰਤਾ ਨਸੀਬ ਨਹੀਂ ਹੋਵੇਗੀ, ਤਾਂ ਵੀ ਕੂੜ ਦੀ ਪਾਲ ਨਹੀਂ ਟੁੱਟੇਗੀ। ਔਰ ਅਕਸਰ ਤੇ ਐਸਾ ਦੇਖਿਆ ਗਿਆ ਕਿ ਦੁਨੀਆ ਦੇ ਬਹੁਤ ਵੱਡੇ ਵੱਡੇ ਠੱਗ ਤੀਰਥਾਂ ਦੇ ਕੰਢੇ ਹੀ ਮਿਲਦੇ ਨੇ। ਬਨਾਰਸ ਸਾਡੇ ਦੇਸ਼ ਦਾ ਮੁੱਖ ਤੀਰਥ, ਸਭ ਤੋਂ ਵੱਡਾ ਤੀਰਥ, ਲੇਕਿਨ ਹੈਰਾਨਗੀ ਦੀ ਗੱਲ ਇਸ ਦੇਸ਼ ਦੇ ਵਿੱਚ ਠੱਗ ਵੀ ਬਨਾਰਸ ਦੇ ਹੀ ਮਸ਼ਹੂਰ ਨੇ। ਕਬੀਰ ਜੈਸੇ ਸੰਤ ਨੂੰ ਵੀ ਕਹਿਣਾ ਪਿਆ, ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਤੋ ਇਸ਼ਨਾਨ ਕਰਨ ਦੇ ਨਾਲ ਚਾਹੇ ਉਹ ਕੈਸੀ ਵੀ ਨਦੀ ਕਿਉਂ ਨਾ ਹੋਵੇ, ਇਹ ਠੀਕ ਹੈ ਕਿ ਕੁਝ ਪਾਣੀ ਇਸ ਢੰਗ ਨਾਲ ਪਵਿੱਤਰ ਹੋ ਸਕਦਾ ਹੈ ਕਿ ਉਹ ਸਰੀਰ ਵਾਸਤੇ ਮੁਫੀਦ ਹੋਵੇ, ਸਰੀਰ ਦੇ ਅਨੇਕਾਂ ਰੋਗਾਂ ਨੂੰ ਕੱਟਣ ਦੇ ਸਮਰੱਥ ਹੋਵੇ। ਪਾਣੀ ਇਸ ਤਰ੍ਹਾਂ ਤੇ ਉਹ ਦੇਵਤਾ ਵੀ ਹੈ, ਪ੍ਰਭੂ ਦੀ ਇੱਕ ਦਿੱਤੀ ਹੋਈ ਸ਼ਕਤੀ ਹੈ। ਲੇਕਿਨ ਇਹ ਸਮਝ ਲਿਆ ਜਾਏ ਕਿ ਜਲ ਦੇ ਇਸ਼ਨਾਨ ਕਰਨ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਹੈ, ਤੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨਾਲ ਸਹਿਮਤ ਨੇ। ਇਸ ਵਾਸਤੇ ਗੁਰਮਤਿ ਨੇ ਜਿੱਥੇ ਜਿੱਥੇ ਤੀਰਥ ਬਣਾਏ, ਜਲ ਦੇ ਨਾਲ ਨਾਲ, ਪਾਣੀ ਦੇ ਨਾਲ ਨਾਲ ਬਾਣੀ ਦਾ ਪ੍ਰਕਾਸ਼ ਰੱਖਿਆ। ਜ਼ੋਰ ਦਿੱਤਾ ਇਸ ਗੱਲ ਤੇ ਕਿ ਤੂੰ ਕੇਵਲ ਪਾਣੀ ਦਾ ਇਸ਼ਨਾਨ ਹੀ ਨਹੀਂ ਕਰਨਾ, ਬਾਣੀ ਦਾ ਇਸ਼ਨਾਨ ਕਰਨਾ ਹੈ। ਔਰ ਪਾਣੀ ਵੀ ਉਹੀ ਪਵਿੱਤਰ ਹੈ ਜਿਸ ਦਾ ਬਾਣੀ ਨਾਲ ਸੰਬੰਧ ਹੋਵੇ, ਜਪ ਨਾਲ ਸੰਬੰਧ ਹੋਵੇ, ਤਪ ਨਾਲ ਸੰਬੰਧ ਹੋਵੇ, ਭਜਨ ਨਾਲ ਸੰਬੰਧ ਹੋਵੇ। ਉਸ ਤਰ੍ਹਾਂ ਦੇ ਪਾਣੀ ਦਾ ਇਸ਼ਨਾਨ ਵਕਤੀ ਤੌਰ ਤੇ ਕੁਝ ਸੁੱਖ ਸ਼ਾਂਤੀ ਤੇ ਦੇ ਸਕਦਾ ਹੈ। ਕਿਹੜੇ ਪਾਣੀ? ਜਿਹੜਾ ਪਾਣੀ ਬਾਣੀ ਨਾਲ ਜੁੜਿਆ ਹੋਇਆ ਹੈ, ਜਿਹੜਾ ਪਾਣੀ ਜਪ ਤਪ ਭਜਨ ਨਾਲ ਜੁੜਿਆ ਹੋਇਆ ਹੈ। ਪਰ ਕੇਵਲ ਪਾਣੀ ਦੇ ਇਸ਼ਨਾਨ ਨੂੰ ਪ੍ਰਭੂ ਪ੍ਰਾਪਤੀ ਦਾ ਵਸੀਲਾ ਸਮਝ ਲੈਣਾ, ਜਗਤ ਗੁਰੂ ਬਾਬਾ ਕਹਿੰਦੇ ਨੇ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਦੂਸਰਾ ਤਰੀਕਾ ਇਹ ਅਪਣਾਇਆ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਬੋਲਣ ਦੇ ਨਾਲ ਮਨੁੱਖ ਦੀ ਬਹੁਤੀ ਸ਼ਕਤੀ ਨਸ਼ਟ ਹੋ ਜਾਂਦੀ ਹੈ। ਬੋਲਦਿਆਂ ਹੀ ਮਨੁੱਖ ਦਾ ਮਨ ਬਹੁਤਾ ਖਿੰਡਦਾ ਹੈ। ਬੋਲਦਿਆਂ ਹੀ ਕੁਝ ਵਾਕ ਅਸਤ ਨਿਕਲ ਜਾਂਦੇ ਨੇ। ਬੋਲਦਿਆਂ ਹੀ ਕੁਝ ਬੋਲਾਂ ਨਾਲ ਕਿਸੇ ਦਾ ਦਿਲ ਟੁੱਟ ਪੈਂਦਾ ਹੈ। ਤੋ ਕੀ ਕਰੀਏ? ਬੋਲੀਏ ਹੀ ਨਾ, ਖਾਮੋਸ਼ ਰਹਿਣਾ ਹੈ, ਚੁੱਪ ਰਹਿਣਾ ਹੈ। ਦਰਅਸਲ ਇੰਦਰਾ ਹਰ ਪ੍ਰਭੂ ਦੀ ਦਿੱਤੀ ਹੋਈ ਮਹਾਨ ਦੇਣ ਹੈ, ਉਹਦੀ ਦਿੱਤੀ ਹੋਈ ਇੱਕ ਮਹਾਨ ਕਲਾ ਹੈ ਔਰ ਉਸ ਦੀ ਦਿੱਤੀ ਹੋਈ ਇੱਕ ਮਹਾਨ ਸ਼ਕਤੀ ਹੈ। ਚਾਹੀਦਾ ਤੇ ਇਹ ਹੈ ਇਸ ਦਾ ਸਹੀ ਉਪਯੋਗ ਕਰੀਏ। ਜੈਸੇ ਜੀਵਨ ਉਸਨੇ ਸਾਨੂੰ ਬੜਾ ਕੀਮਤੀ ਦਿੱਤਾ ਹੈ ਤੇ ਆਖ ਦਿੱਤਾ ਜਾਏ ਮੈਂ ਇਸ ਜੀਵਨ ਦੀ ਵਰਤੋਂ ਹੀ ਨਹੀਂ ਕਰਨੀ, ਜੀਵਨ ਚਾਹੀਦਾ ਨਹੀਂ, ਇਹ ਸਵਾਸ ਮੈਨੂੰ ਚਾਹੀਦੇ ਨਹੀਂ, ਫਿਰ ਤੇ ਮੌਤ ਹੈ। ਰਸਨਾ ਦਾ ਗਲਤ ਇਸਤੇਮਾਲ ਨਹੀਂ ਕਰਨਾ, ਸਹੀ ਇਸਤੇਮਾਲ ਕਰਨਾ ਹੈ। ਅੱਖਾਂ ਦਾ ਗਲਤ ਇਸਤੇਮਾਲ ਨਹੀਂ ਕਰਨਾ, ਸਹੀ ਕਰਨਾ ਹੈ। ਕੰਨਾਂ ਦੀ ਗਲਤ ਵਰਤੋਂ ਨਹੀਂ ਕਰਨੀ, ਸਹੀ ਕਰਨੀ ਹੈ। ਲੇਕਿਨ ਕੁਝ ਐਸੇ ਭਗੌੜੇ ਸਨ ਜਿਨ੍ਹਾਂ ਨੂੰ ਆਪਣੀ ਜ਼ਬਾਨ ਦੇ ਉੱਤੇ ਭਰੋਸਾ ਨਹੀਂ ਸੀ। ਉਹਨਾਂ ਨੇ ਧਾਰਨਾ ਇਹ ਬਣਾ ਲਈ ਚੁੱਪ ਹੀ ਰਹਿਣਾ ਹੈ, ਕਿਉਂਕਿ ਬੋਲਣ ਨਾਲ ਸ਼ਕਤੀ ਨਸ਼ਟ ਹੁੰਦੀ ਹੈ, ਬੋਲਣ ਨਾਲ ਗਲਤ ਬੋਲਿਆ ਜਾਂਦਾ ਹੈ ਔਰ ਬੋਲਣ ਦੀ ਬਹੁਤੀ ਜੇ ਕਿਧਰੇ ਵਾਦੀ ਪੈ ਜਾਏ ਤਾਂ ਫਿਰ ਖਾਮੋਸ਼ ਕਰਨਾ ਵੀ ਬੜਾ ਔਖਾ ਹੋ ਜਾਂਦਾ ਹੈ। ਇਹ ਤੇ ਠੀਕ ਹੈ ਕਿ ਬਹੁਤ ਬੋਲਣ ਦੇ ਨਾਲ ਮਨ ਖਿੰਡਦਾ ਹੈ, ਗਲਤ ਬੋਲਣ ਦੇ ਨਾਲ ਮਨ ਖਿੰਡਦਾ ਹੈ, ਲੇਕਿਨ ਇਹਦਾ ਇਹ ਮਤਲਬ ਵੀ ਨਹੀਂ ਕਿ ਨਾ ਬੋਲਣ ਨਾਲ ਕੋਈ ਮਨ ਜੁੜ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਬੋਲੀਏ ਹੀ ਨਾ ਤੇ ਕੂੜ ਦੀ ਜਿਹੜੀ ਕੰਧ ਹੈ ਇਹ ਟੁੱਟ ਜਾਂਦੀ ਹੈ, ਐਸਾ ਨਹੀਂ ਹੈ। ਇਹ ਤੇ ਠੀਕ ਹੈ ਕਿ ਜੈਸੇ ਸ਼ੇਖ ਸਾਦੀ ਸਾਹਿਬ ਦਾ ਕਥਨ ਹੈ ਕਿ ਜਵੈ ਮੁਸ਼ਕ ਬਹਿ ਤਰਜ਼
यक तो दै गिल, कम आवाज हरगिज न बीनी खजल। वो कहंदा घट बोलण वाला ते सोच के बोलण वाला कदी खज्जल ख्वार नहीं होंदा, कदी दुखी नहीं होंदा। जवै मुश्क बैतरज, यक तो दै गिल। बहुत कीमती वाक आप कहंदे ने, ऐ बंदे तू मूंह दे चों पूरे दा पूरा मिट्टी दा तोदा कढे, मिट्टी दा ढेर कढे, उस नालों बेहतर है कि जौ दे दाणे जितनी एक निक्की जही गल आख, पर होवे मुश्क कपूर वर्गी, ਉਹਦੇ ਵਿੱਚ ਮਹਿਕ ਹੋਵੇ, ਉਹਦੇ ਸੁਗੰਧੀ ਹੋਵੇ। ਫਿਰ ਇੱਕ ਥਾਂ ਤੇ ਆਪ ਐਸਾ ਵੀ ਕਹਿੰਦੇ ਨੇ ਕਿ ਮੈਂ ਦੇਖਾਂ ਇੱਕ ਬੰਦਾ ਸੁਜਾਖਾ ਹੈ ਤੇ ਚੱਲ ਰਿਹਾ ਹੈ ਤੇ ਮੈਂ ਹੁਣ ਉਸ ਨੂੰ ਰਸਤਾ ਦਿਖਾਵਾਂ, ਐਸਾ ਮੇਰਾ ਬੋਲਣਾ ਉੱਥੇ ਅਜਾਈ ਹੋਵੇਗਾ, ਵਿਅਰਥ ਹੋਵੇਗਾ। ਵਗਰ ਬੀਨਮ ਕੇ ਨਾ ਬੀਨਾਓ ਚਾ ਅਸਤ, अगर खामोश बशन नशीनम गुनाह अस्त। जे मैं देखा कि एक नाबीन बंदा है, अंधा बंदा है, और ओदे अगों चाह है, खूह है, अगर खामोश ब नशीनम गुनाह अस्त, जे मैं उत्थे भी चुप रह गया, ये गुनाह होवेगा, ये महापाप होवेगा। पर मैं ये वेखा एक सुजाखा भी है, ਉਹਨੂੰ ਖੂਹ ਵੀ ਦਿਖਾਈ ਦੇ ਰਿਹਾ ਤੇ ਫਿਰ ਮੈਂ ਡੰਡੋਰਾ ਪਿੱਟੀ ਜਾਵਾਂ ਬਈ ਖੂਹ ਹੈ, ਇਹ ਮੇਰਾ ਬੋਲਣਾ ਅਜਾਈ ਹੋਵੇਗਾ, ਇਹ ਮੇਰਾ ਬੋਲਣਾ ਵਿਅਰਥ ਹੋਵੇਗਾ। ਤੋ ਇਹ ਤੇ ਠੀਕ ਹੈ, ਘੱਟ ਬੋਲਣਾ ਹੈ, ਅਜਾਈ ਨਹੀਂ ਬੋਲਣਾ, ਵਿਅਰਥ ਨਹੀਂ ਬੋਲਣਾ, ਪਰ ਇਹਦਾ ਇਹ ਮਤਲਬ ਵੀ ਨਹੀਂ ਕਿ ਬਿਲਕੁਲ ਹੀ ਨਹੀਂ ਬੋਲਣਾ। ਇਸ ਵਾਸਤੇ ਸਤਿਗੁਰ ਕਹਿੰਦੇ ਨੇ ਕਿ ਚੁੱਪ ਹੈ, ਚੁੱਪ ਨਾ ਹੋਵਈ, जे लाए रहा लिव तार। चुप रहन नाल भी मन चुप नहीं करता, मन बोलता ही रहता है। बोले नाई होए बैठा मौनी, अंतर कल्प भवाइये जोनी। अंदर ते कल्पना चल रही है। साहिब गुरु गोबिंद सिंह जी महाराज दा वाक, नावे दादर मोन सुबरिछै, बानस बंदर बास बनारी। अगर मौन धारण करने नाल ही प्रभु की प्राप्ति होवे तो जितने वृक्ष ने, जितनी वनस्पति है जिहदे अंदर जीवन मौजूद है, लेकिन तमाम दे तमाम मौनी ने, खामोश ने। पत्थर भी मौनी ने, वनस्पति भी मौनी है, कुछ कीड़े मकोड़े भी मौनी ने। सबनों प्रभु मिलना चाहिए, सबनों परमात्मा मिलना चाहिए। नहीं, साहिब कहंदे ने चुप रहण दे नाल मन चुप नहीं करता, चुप रहण दे नाल झूठ दी कंध नहीं टुटती। तीसरी विचारधारा जो साडे देश दे बहुत वड्डे पद्धर ते पनपी, इसनूं जन्म दिता वाम मार्गियां ने। इन्हां दी विचारधारा यह सी कि मन जो कुछ मंगदा है देओ, रज के देओ। जो खाण नूं मंगदा है, जो पीण नूं मंगदा है, जो वेखण नूं मंगदा है, जो सुनन नूं मंगदा है, जो स्पर्श करन नूं मंगदा है, जो सूंघण नूं मंगदा है, गरज के इंद्रियां दा जो रस मन मंगदा है, रज के दिओ। इतना दिओ कि मन रज जावे। ते जद मन रजेगा तां ही रब दी तरफ मुड़ेगा, जद मन रजेगा तां ही परमात्मा दी तरफ मुड़ेगा। वाम मार्गियां नूं जवाब दिता है जगत गुरु बाबे ने कि भुखया भुख ना उतरी, जे बन्ना पुरियां भार। एक लोक नहीं, एक पुरी नहीं, अनेकां पुरियां दे पदार्थ पंडां दी तरह बन के भी जे मनुख नूं दे दिते जान तां भी मन दी भुख नहीं मिटदी। मन ते कदी रजदा ही नहीं। संसार दे च ऐसा है ही नहीं कुछ जिस तो मन नूं तृप्ति नसीब हो सके। जगत दे च ऐसा कुछ भी नहीं जिहदे नाल मनुख तृप्त हो सके। ये ते मूल धारणा ही गलत है। तो वाम मार्गियां दे मंदिर दुराचार दे अड्डे बन गए। उत्थे इस्त्री ते पुरुष दे लिंग पूजे जान लगे, पग पूजे जान लगे, जिन्हां दे चिन्ह अज भी भारत दे मंदिरां दे विच मौजूद ने थां थां ते। दुराचार दे अड्डे जद मंदिर बने
ਔਰ ਪਿਛੋਕੜ ਵਿਚਾਰਧਾਰਾ ਇਹ ਕੰਮ ਕਰ ਰਹੀ ਸੀ, ਮਨ ਨੂੰ ਰਜਾਣਾ, ਜੋ ਖਾਣ ਨੂੰ ਮੰਗੇ ਦਿਓ, ਜੋ ਭੋਗਣ ਨੂੰ ਮੰਗੇ ਦਿਓ। ਤੋ ਇਨ੍ਹਾਂ ਭੋਗਾਂ ਦੇ ਚ ਲੀਨ ਹੋ ਕੇ ਮਨੁੱਖ ਭੋਗੀ ਤੇ ਬਣ ਗਿਆ, ਯੋਗੀ ਬਣਨਾ ਸੁਪਨਾ ਹੋ ਗਿਆ। ਧਾਰਮਿਕ ਮੰਦਰ ਅਧਰਮ ਦੇ ਅੱਡੇ ਬਣ ਗਏ, ਪਾਪ ਵਾਸ਼ਨਾ ਦੇ ਅੱਡੇ ਬਣ ਗਏ, ਦੁਰਾਚਾਰ ਦੇ ਅੱਡੇ ਬਣ ਗਏ। ਔਰ ਅੱਜ ਵੀ ਜਦ ਇਸ ਤਰ੍ਹਾਂ ਦੇ ਅਸਥਾਨ ਦੇਖਣ ਨੂੰ ਮਿਲਦੇ ਨੇ ਔਰ ਪੁਰਾਣੀ ਵਿਚਾਰਧਾਰਾ ਪੜ੍ਹਨ ਨੂੰ ਮਿਲਦੀ ਹੈ, ਤਾਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿਤਨਾ ਗਲਤ ਸੋਚਿਆ ਗਿਆ ਕਿ ਮਨ ਜਦ ਰੱਜੇਗਾ ਤੇ ਫਿਰ ਬੰਦਗੀ ਕਰਾਂਗੇ। ਮਨ ਦਾ ਇਹ ਗਿਆਨ ਕਿਸੇ ਕੋਲ ਨਹੀਂ ਸੀ ਕਿ ਮਨ ਤੇ ਕਦੀ ਰੱਜਦਾ ਹੀ ਨਹੀਂ। ਸਮੁੱਚੀ ਪੁਰੀਆਂ ਦੇ ਬਨ ਕੇ ਪਦਾਰਥ ਭਾਰ ਦੇ ਦਿੱਤੇ ਜਾਣ ਤਾਂ ਵੀ ਮਨ ਭੁੱਖੇ ਦਾ ਭੁੱਖਾ ਰਹਿੰਦਾ। ਤੋ ਜਗਤ ਗੁਰੂ ਬਾਬਾ ਕਹਿੰਦੇ ਨੇ, ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ। ਸਾਹਿਬ ਕਹਿੰਦੇ ਨੇ, ਰੂਪੀ ਭੁੱਖ ਨਾ ਉਤਰੇ ਜਾਂ ਦੇ ਖਾਂ ਤਾਂ ਭੁੱਖ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ। ਹਕੀਕਤ ਸਚਾਈ ਕਿ ਮਨੁੱਖ ਦੇ ਅੰਦਰ ਭੁੱਖ ਧਨ ਦੀ ਹੈ, ਪਿਆਸ ਰੂਪ ਦੀ ਹੈ। ਨਾ ਰੂਪ ਦੀ ਪਿਆਸ ਮਿਟਦੀ ਹੈ, ਨਾ ਧਨ ਦੀ ਭੁੱਖ ਮਿਟਦੀ ਹੈ। ਜਿਸ ਤਰ੍ਹਾਂ ਸਰੀਰ ਜ਼ਿੰਦਾ ਹੈ ਭੋਜਨ ਕਰਕੇ, ਪਾਣੀ ਕਰਕੇ। ਕੇਵਲ ਪਾਣੀ ਦੇ ਦੇਈਏ ਤੇ ਭੋਜਨ ਨਾ ਦੇਈਏ, ਗੱਲ ਨਹੀਂ ਬਣੇਗੀ। ਕੇਵਲ ਭੋਜਨ ਦੇ ਦੇਈਏ, ਪਾਣੀ ਨਾ ਦੇਈਏ, ਤਾਂ ਵੀ ਸਰੀਰ ਦੇ ਤਲ ਤੇ ਵਿਆਕੁਲਤਾ ਬਣੀ ਰਹੇਗੀ। ਇੱਕ ਪਿਆਸਾ ਬੰਦਾ ਹੋਵੇ, ਤ੍ਰਿਖਾਵੰਤ ਹੋਵੇ, ਰੋਮ ਰੋਮ ਉਸਦਾ ਤ੍ਰਿਹਾਇਆ ਹੋਵੇ ਤੇ 36 ਪ੍ਰਕਾਰ ਦਾ ਭੋਜਨ ਉਸਦੇ ਅੱਗੋਂ ਰੱਖ ਦਈਏ, ਬੇਮੈਨੀ ਹੈ। ਉਹਨੂੰ ਪਾਣੀ ਚਾਹੀਦਾ, ਠੰਡਾ ਜਲ ਚਾਹੀਦਾ। ਇੱਕ 4 ਦਿਨ ਦਾ ਭੁੱਖਾ ਹੈ, ਬਾਈਬਲ ਹੈ, ਰੋਟੀ ਨਹੀਂ ਮਿਲੀ, ਤੇ ਇਸ ਤਰ੍ਹਾਂ ਦੇ ਬੰਦੇ ਦੇ ਅੱਗੋਂ ਭਰੇ ਹੋਏ ਠੰਡੇ ਪਾਣੀ ਦੇ ਗਿਲਾਸ ਰੱਖ ਦਈਏ, ਕੋਈ ਮੈਨੇ ਨਹੀਂ ਰੱਖਦੇ। ਪਿਆਸੇ ਨੂੰ ਪਾਣੀ ਦੇਣਾ ਹੈ, ਭੁੱਖੇ ਨੂੰ ਅੰਨ ਦੇਣਾ ਹੈ। ਤੋ ਸਰੀਰ ਦੀ ਜੋ ਭੁੱਖ ਹੈ ਉਹ ਅੰਨ ਤੇ ਪਾਣੀ ਦੀ ਹੈ, ਉਹ ਭੋਜਨ ਤੇ ਜਲ ਦੀ ਹੈ। ਮਨ ਦੀ ਜੋ ਭੁੱਖ ਹੈ ਉਹ ਰੂਪ ਤੇ ਧਨ ਦੀ ਹੈ। ਪਿਆਸ ਰੂਪ ਦੀ ਹੈ, ਵੇਖਣਾ ਹੀ ਚਾਹੁੰਦਾ ਹੈ, ਰੱਜਦਾ ਹੀ ਨਹੀਂ। ਔਰ ਭੁੱਖ ਧਨ ਦੀ ਹੈ, ਪ੍ਰਾਪਤ ਕਰਨਾ ਹੀ ਚਾਹੁੰਦਾ ਹੈ, ਹੋਰ ਹੋਰ ਪ੍ਰਾਪਤ ਕਰਨਾ ਚਾਹੁੰਦਾ ਹੈ। ਸਹਿ ਖਟੇ ਲਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਤ੍ਰਿਪਤੀ ਨਸੀਬ ਨਹੀਂ ਆਉਂਦੀ। ਜਿਸ ਤਰ੍ਹਾਂ ਦੇਖਣ ਦੇ ਚ ਆਇਆ ਹੈ ਕਿ ਤਨ ਦੀ ਤ੍ਰਿਪਤੀ ਬਹੁਤ ਛੇਤੀ ਹੋ ਸਕਦੀ ਹੈ। 2 ਰੋਟੀਆਂ ਨਾਲ ਨਹੀਂ ਹੋਈ ਤੇ 4 ਰੋਟੀਆਂ ਨਾਲ ਭੁੱਖ ਮਿਟ ਗਈ। 1 ਗਿਲਾਸ ਪਾਣੀ ਨਾਲ ਪਿਆਸ ਨਹੀਂ ਮਿਟੀ ਤਾਂ 2 ਗਿਲਾਸ ਨਾਲ ਮਿਟ ਗਈ। ਇਹ ਜੋ ਧਨ ਦੀ ਭੁੱਖ ਹੈ, ਇਹ ਰੂਪ ਦੀ ਜੋ ਪਿਆਸ ਹੈ, ਇਹ ਅਸੀਮ ਹੈ, ਅੱਜ ਤੱਕ ਨਹੀਂ ਨਾਪੀ ਜਾ ਸਕੀ। ਜਨਮ ਤੋਂ ਲੈ ਕੇ ਮਰਦੇ ਦਮ ਤੱਕ ਰੂਪ ਦੀ ਪਿਆਸ ਬਣੀ ਰਹਿੰਦੀ ਹੈ, ਧਨ ਦੀ ਭੁੱਖ ਬਣੀ ਰਹਿੰਦੀ ਹੈ। ਔਰ ਮਨੁੱਖ ਮਰ ਜਾਂਦਾ ਹੈ ਇਸੇ ਰੂਪ ਦੀ ਪਿਆਸ ਦੇ ਚ, ਇਸੇ ਹੀ ਧਨ ਦੀ ਭੁੱਖ ਦੇ ਚ। ਤੋ ਸਾਹਿਬ ਕਹਿੰਦੇ ਨੇ, ਰੂਪੀ ਭੁੱਖ ਨਾ ਉਤਰੇ ਜਾਂ ਦੇ ਖਾਂ ਤਾਂ ਭੁੱਖ। ਤੂੰ ਸੁੰਦਰਤਾ ਨੂੰ ਵੇਖ, ਰੂਪ ਨੂੰ ਵੇਖ, ਜਿਤਨਾ ਵੇਖੇਗਾ ਉਤਨੀ ਪਿਆਸ ਵਧੇਗੀ। ਇਹ ਪਿਆਸ ਮਿਟਣੀ ਨਹੀਂ। ਤੂੰ ਧਨ ਨੂੰ ਪ੍ਰਾਪਤ ਕਰ, ਜਿਤਨਾ ਪ੍ਰਾਪਤ ਕਰੇਗਾ ਉਤਨੀ ਭੁੱਖ ਵਧੇਗੀ, ਘਟਣੀ ਕੋਈ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਤੇ ਧਾਰਨਾ ਹੀ ਗਲਤ ਹੈ ਕਿ ਜਦ ਮਨ ਰੱਜੇਗਾ ਤੇ ਫਿਰ ਪ੍ਰਭੂ ਬੰਦਗੀ ਕਰਾਂਗੇ। ਜਦ ਮਨ ਰੱਜੇਗਾ ਫਿਰ ਪ੍ਰਭੂ ਦੀ ਪ੍ਰਸਤਿਸ਼ ਕਰਾਂਗੇ। ਸਾਹਿਬ ਕਹਿੰਦੇ ਨੇ, ਇਹ ਤੇ ਸੋਚਣਾ ਹੀ ਗਲਤ ਹੈ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਅਨੇਕਾਂ ਪੁਰੀਆਂ ਦੇ ਪਦਾਰਥ, ਪੰਡਾਂ ਦੀਆਂ ਪੰਡਾਂ, ਢੇਰਾਂ ਦੇ ਢੇਰ ਜੇ ਦੇ ਦਈਏ ਤਾਂ ਵੀ ਭੁੱਖੇ ਮਨ ਦੀ ਭੁੱਖ ਨਹੀਂ ਉਤਰਦੀ। ਮਨ ਭੁੱਖੇ ਦਾ ਭੁੱਖਾ ਰਹਿੰਦਾ। ਕੁਝ ਅਜ਼ੀਮ ਲੋਕਾਂ ਨੇ ਇੱਕ ਹੋਰ ਸਾਧਨਾ ਨੂੰ ਜਨਮ ਦਿੱਤਾ ਵੀ ਇਹਦੇ ਨਾਲ ਕੂੜ ਦੀ ਮੈਲ ਉਤਰ ਸਕਦੀ ਹੈ, ਇਹਦੇ ਨਾਲ ਝੂਠ ਦੀ ਕੰਧ ਟੁੱਟ ਸਕਦੀ ਹੈ, ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਕੀ ਸੀ? ਵੀ ਮਨੁੱਖ ਵਿਦਵਾਨ ਬਣੇ,
आलम बने, दार्शनिक बने, विचारक बने। जैसे जैसे ज्ञान संग्रह करेगा, जैसे जैसे ये अजीम विचारक बनेगा, दार्शनिक बनेगा, फिलोसफर बनेगा, पढ़ा लिखा होवेगा, आलम बनेगा, वैसे वैसे कूड़ दी कंध टुटेगी, वैसे वैसे मन दे तो झूठ दी मैल उतरेगी। देखण विच आया कि यह साधना भी कोई सफल नहीं हुई ते जगत गुरु बाबा इस नाल सहमत भी नहीं होए, क्योंकि जानना कुछ होर गल है, पावना कुछ होर गल है। जानन नाल ते इतना ही मनुख नूं पता चलदा है कि मैं कुछ भी नहीं जानिया। जैसे कि उस्ताद ज़ौक कहते ने, हम जानते थे कि इल्म से कुछ जानेंगे, पर जाना तो ये जाना कि ना जाना कुछ भी, मैं कुछ भी नहीं जाने। एथेन दा प्रसिद्ध संत सुकरात अपनी एक लिखत विच कहंदा है कि जद मैं बच्चा सी तो बच्चियां विच बैठ के मैं दावा करदा सी मैं सब कुछ जानदा, सब कुछ जानदा। जद मैं जवान होया तां मैनूं कहना पिया कुछ ऐसा भी है जो मैं नहीं जानदा, मैनूं नहीं पता। और कहंदा अज मैं बुढ़ा होके दावे नाल कहना कि मैं कुछ भी नहीं जानता, मैनूं कोई बोध नहीं, मैनूं कख भी नहीं पता। बुजुर्गी मनुख दी इत्थों ही शुरू होंदी है। और हकीकत है कि जिथे संसार दा सारा इलम खत्म होंदा है, रब दी दुनिया उत्थों शुरू होंदी है, परमात्मा दी दुनिया उत्थों शुरू होंदी है। और ऐसा देखण दे च आया कि इस 20वीं सदी दे च इलम जितना विकसित होया है, ज्ञान दे जितने साधन अज जुटाए ने मनुख ने, ये पहले नहीं सन। अज जितने स्कूल ने, अज जितने कॉलेज ने, अज जितनियां वड्डियां वड्डियां यूनिवर्सिटियां जमीन दे उत्ते बणियां होईयां ने, अज जितने विद्या प्राप्ति दे साधन मौजूद ने, पहले नहीं सन। लेकिन यह भी हकीकत है कि अज दा मनुख जितना मूड है, पहले नहीं सी। इंज कहिए कि 100-200 साल पीछे चले जाइए तो अनपढ़ सियाणियां दी तादाद बहुत ज्यादा सी। अजोके समय विच पढ़े लिखे मूर्खां दी तादाद बहुत ज्यादा है, बहुत ज्यादा है। ते मूड़ किसनूं कहंदे ने? जगत गुरु बाबा कहंदे ने, पढ़िया मूर्ख आखिए जित लब लोभ अहंकार। जिस पढ़ाई नाल अहंकार वध गया, लोभ वध गया, तृष्णा वध गई, झूठ वध गया, वो पढ़ाई पढ़ाई ते नहीं। वो पढ़ाई ऐसी है कि किसी ने दीवा जलाया है और दीवे नाल ही अपना घर साड़िया, दीवे नाल ही अपने घर नूं अग लाई है। जाने ते जानकारी नाल ही हंकार वध गया, जाने जानकारी नाल ही लोभ वध गया। और अज समुची दुनिया दे बड़े बड़े वड्डे दुराचार दे अड्डे जानकार लोग चला रहे हैं, पढ़े लिखे लोग चला रहे हैं। क्योंकि बहुत वड्डी पढ़ाई होवे, बहुत वड्डी सियाणप होवे, तां ही मनुख बहुत वड्डा अनर्थ कर सकता है, वरना नहीं कर सकता। तो अजोकी विद्या ने मनुख नूं हंकारी बना दिता है, लोभी बना दिता है, दुराचारी बना दिता है। इस वास्ते साहिब कहते हैं, पढ़िया मूर्ख आखिए जित लब लोभ अहंकार। तो जानना कुछ होर है, पावना कुछ होर है। एक भुल हो गई साडे देश दे अजीम चिंतकां कोलों, जिन्हां ने कह दिता जानना ही, इलम दी प्राप्ति ही, ज्ञान दी प्राप्ति ही परमात्मा दी प्राप्ति है। होया कि 4 वेद कंठ हो गए, लेकिन रावण जैसे मूर्ख पैदा हो गए। शास्त्र कंठ हो गए, उपनिषद कंठ हो गए। हंकार दी पंड सिर ते चुक के लोकी इधर उधर घुमन लग पे। शेख सादी ने उत्थे ही कहना पिया कि अगर मनुख पढ़िया ते उन्होंने अमल दे च नहीं लिया तां ओ बंदा उस मेरे खोते दी तरह जो मेरियां सारियां किताबां चुक के मेरे नाल चलदा है। इलम चंदा
कि बेशतर ख्वानी गर अमल दस्तो नेस्त, नादानी ना मुहक्कक बवद, ना दानशमंद, चार पाए बरोए किताबे चंद। एक बैल दे उत्ते, एक खोते दे उत्ते जे ग्रंथां दा अंबार लद दईए, वो कोई पंडित हो जाता है। फर्क सिर्फ इतना है कि ये ग्रंथां दा भार खोते दे तन ते लदे है, मनुख अपने दिमाग ते लद लैंदा है। तो दिमाग ते लदन नाल की हुंदा है, सिर दे उत्ते लदन दे नाल की हुंदा है। तो बहुत सारे इत्थे आलमां ने इलम दा भार अपने सिर दे उत्ते चुक ले। कौन दसे कि जानना होर है, पावना होर है। इलम रस्ते दा दीव है, चाहिदा है, वेख ले। लेकिन ऐसा देखने दे च आया है कि मनुख ने किधरों दीवा जुटाया है, किधरों तेल इकट्ठा किया है, किधरों कपास लिया के उसकी वट बनाई है, किधरों उन्हें अग ढूंढी है, दीवा रोशन किया है, और जैसे रोशन किया अपनी अखां ही बंद कर लिया। 10-15 साल ज्ञान प्राप्ति दे चला दिते, ते जद ज्ञान प्राप्त होया उन्होंने जिंदगी दे कदी वरतिया ही नहीं, उहदी वरतों कदी जीवन दे कीती नहीं। दीवा जलाण दे समा बर्बाद किया अगर मनुख ने अपनी अखां बंद कर लिया। इलम ओ बर्बाद चला गया, सिखी हुई ओ सारी विद्या व्यर्थ चली गई अगर जीवन दे परोपकार दा जन्म नहीं होया। साहिब गुरु नानक देव जी महाराज दे वाक, विद्या विचारी तां परोपकारी। विद्या दी विचार उसने तां ही कीती है जे उसदे अंदरों परोपकार दा जन्म होया होवे, उसदे अंदरों नेकियां दा जन्म होया होवे, उसदे अंदरों कोमलता दा जन्म होया होवे। विद्या प्राप्त करके कठोर हो गया, विद्या प्राप्त करके मुजरम हो गया, तरह तरह के जुर्म इस तो नाजल हो गए ने। तो नहीं, ये पढ़ा लिखा मूर्ख है, पढ़िया मूर्ख आखिए जित लब लोभ अहंकार। तो इलम दे नाल ज्ञान दे नाल भी मन दे उत्ते जमी हुई जो झूठ दी मैल है ये नहीं धुलदी, विचकारे जो कूड़ दी कंध है ये नहीं टुटदी। इस वास्ते जगत गुरु बाबा कहते ने कि सहज सियाणपा लख होए तां एक ना चले नाल। सियाणप इलम ज्ञान एक तरह का नहीं, हजारां तरह का ही क्यों ना मनुख प्राप्त कर लवे, तां भी ज्ञान की एक गल भी अगे नहीं चलती। मन की दुनिया दे नाल मन नहीं पवित्र होंदा, बल्कि तो ऐसा देखा गया है कि एक अनपढ़ नालों पढ़े लिखे का मन ज्यादा मलीन है, ज्यादा अहंकारी है, ज्यादा अंधकार दे भटक रहा है। भोले भाले अनपढ़ दो मनुख ते आपस दे बहुत छेती सहमत हो जाते हैं, पर पढ़े लिखिया का आपस दे सहमत होना भी बहुत औखा हो जाता है। तकरार का जन्म हो जाता है, विचार तकरार नूं जन्म दे देंदे ने। तो साहिब कहंदे ने सहज सियाणपा लख होए तां एक न चले नाल। अगर सियाणप दे नाल ही परमात्मा की प्राप्ति हो जाए तो फिर परमात्मा छोटा है, सियाणप वड्डी है। अगर ज्ञान नाल ही ईश्वर की प्राप्ति हो जाए तो ईश्वर कुछ नहीं है, फिर इलम ही सब कुछ है। इस वास्ते साहिब कहंदे ने इलम प्राप्त करना तो बहुत अच्छी गल है, रस्ते दे दीवा जलाना बहुत अच्छी गल है, पर दीवा इस वास्ते जलाना है कि रस्ते ते चल सकीए, आराम नाल चल सकीए, प्रभु तक पहुंच सकीए। ज्ञान ते इस वास्ते प्राप्त करना है कि जीवन दे कुछ कोमलता का जन्म होवे, परोपकार का जन्म होवे, सदाचार का जन्म होवे, ते मनुख चले भजन करदे होया प्रभु दे तल ते। अगर कोई इलम कोई ज्ञान प्रभु भजन दे बाधा है, भजन करन तो इनकारी कर देवे, वो विद्या नहीं अविद्या है। अजोकी विद्या ने मनुख नूं नास्तिक ते बनाया है, आस्तिक नहीं। अजोकी विद्या ने मनुख नूं हंकारी ते बनाया है, निर्माण नहीं। अजोकी विद्या ने मनुख नूं लोभी ते बनाया है, संतोखी नहीं। इस वास्ते ये विद्या कोई विद्या नहीं जो रस्ते दा पत्थर बन जाए, रस्ते दा रोड़ा बन जाए। विद्या ते ओ जो रस्ते दा चिराग बने, रस्ते दा दीवा बने, रस्ते दा फुल बने, जो रस्ते दा पत्थर बन गई है, वो विद्या कोई विद्या नहीं। इस वास्ते सतगुर दी बाणी दे इस तरह के कुछ वाक आउंदे ने, पढ़िए गुणिए नाम सब सुनिए, अनुभव भाव न दरसे, लोहा कंचन रिंड होए कैसे, जो पारस न परसे। क्या पढ़िए क्या गुनिए, क्या वेद पुराना सुनिए, पढ़े सुने क्या होई, जो सहज न मिले ओ सोई। हर का नाम न जपस गवारा, क्या सोचे बारंग बारा।
ਕਿਹੋ ਜੀਆਂ ਦੀਆਂ ਨਿਕੰਮੀ ਸੋਚਣੀਆਂ ਦੇ ਚ ਤੂੰ ਪਿਆ ਹੈ, ਕਿਹੋ ਜੀਆਂ ਨਿਕੰਮੀਆਂ ਵਿਚਾਰਾਂ ਦੇ ਚ ਤੂੰ ਪਿਆ ਹੈ ਕਿ ਹਰੀ ਦਾ ਨਾਮ ਜਪਣਾ ਹੀ ਤੂੰ ਭੁੱਲ ਗਿਆ। ਹਰ ਜਸ ਸੁਨੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਐਸੇ ਲੋਕਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀਏ। ਤੋ ਜਗਤ ਗੁਰੂ ਬਾਬੇ ਨੇ ਇਹ ਜੋ ਜਗਤ ਦੇ ਚ ਪ੍ਰਚਲਿਤ ਸਾਧਨ ਸਨ, ਇਹਨਾਂ ਨਾਲ ਸਹਿਮਤੀ ਨਹੀਂ ਪ੍ਰਗਟਾਈ। ਇਸ਼ਨਾਨ ਕਰਨ ਨਾਲ ਮਨ ਨਹੀਂ ਪਵਿੱਤਰ ਹੁੰਦਾ, ਚੁੱਪ ਰਹਿਣ ਦੇ ਨਾਲ ਮਨ ਨਹੀਂ ਚੁੱਪ ਹੁੰਦਾ। ਜਗਤ ਦੇ ਸਾਰੇ ਪਦਾਰਥਾਂ ਦੀ ਪ੍ਰਾਪਤੀ ਵੀ ਹੋ ਜਾਏ ਤਾਂ ਵੀ ਮਨ ਦੀ ਭੁੱਖ ਨਹੀਂ ਉਤਰਦੀ, ਤੇ ਜਗਤ ਦਾ ਸਾਰਾ ਇਲਮ ਇਕੱਠਾ ਕਰ ਲਿਆ ਜਾਏ ਤਾਂ ਵੀ ਅਧਿਆਤਮਕ ਸਿਆਣਪ ਪ੍ਰਾਪਤ ਨਹੀਂ ਹੁੰਦੀ। ਕੂੜ ਦੀ ਮੈਲ ਨਹੀਂ ਦੁਲਦੀ, ਝੂਠ ਦੀ ਕੰਧ ਨਹੀਂ ਟੁੱਟਦੀ। ਤਾਂ ਫਿਰ ਹੁਣ ਸਵਾਲ ਪੈਦਾ ਹੁੰਦਾ ਹੈ, ਕਿਉ ਸਚਿਆਰਾ ਹੋਈਏ, ਕਿਉ ਕੂੜੇ ਟੁੱਟੇ ਪਾਲ। ਫਿਰ ਕਿਵੇਂ ਸਚਿਆਰ ਬਣੀਏ ਤੇ ਕਿਵੇਂ ਝੂਠ ਦੀ ਕੰਧ ਟੁੱਟੇ? ਇਹ ਪ੍ਰਸ਼ਨ ਹੈ ਕਿ ਉਪਰੋਕਤ ਸਾਧਨਾ ਦੇ ਨਾਲ ਤੇ ਗੱਲ ਬਣਦੀ ਨਹੀਂ। ਤਾਂ ਫਿਰ ਕੀ ਕਰੀਏ? ਕਿਉ ਸਚਿਆਰਾ ਹੋਈਏ, ਕਿਉ ਕੂੜਾ ਟੁੱਟੇ ਪਾਲ। ਕਿਵੇਂ ਸਚਿਆਰ ਬਣੀਏ, ਕਿਵੇਂ ਸਤਵਾਦੀ ਬਣੀਏ, ਕਿਵੇਂ ਸਤ ਦੇ ਧਾਰਨੀ ਬਣੀਏ, ਕਿਵੇਂ ਸਤ ਨੂੰ ਆਪਣੇ ਅੰਦਰੋਂ ਜਨਮ ਦੇ ਸਕੀਏ, ਤੇ ਕਿਸ ਤਰ੍ਹਾਂ ਝੂਠ ਦੀ ਕੰਧ ਨੂੰ ਤੋੜਨ ਦੇ ਚ ਸਮਰੱਥ ਹੋ ਸਕੀਏ, ਕਿਵੇਂ ਕੂੜ ਦੀ ਮੈਲ ਨੂੰ ਉਤਾਰੀਏ। ਇਸ ਪ੍ਰਸ਼ਨ ਦਾ ਉੱਤਰ ਜਗਤ ਗੁਰੂ ਬਾਬਾ ਇਸ ਪੰਕਤੀ ਦੇ ਚ ਦਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੀ ਰਜ਼ਾ ਦੇ ਚ ਚੱਲਣਾ, ਹੁਕਮ ਦੀ ਪ੍ਰਸੰਨਤਾ ਦੇ ਚੱਲਣਾ, ਹੁਕਮ ਨੂੰ ਮੰਨ ਕੇ ਰਾਜ਼ੀ ਹੋਣਾ, ਭਾਣੇ ਨੂੰ ਸਿਰ ਮਸਤਕ ਤੇ ਰੱਖ ਕੇ ਚੱਲਣਾ। ਬਸ ਇਸ ਦੇ ਨਾਲ ਹੀ ਕੂੜ ਦੀ ਕੰਧ ਟੁੱਟਦੀ ਹੈ। ਉਹ ਹੁਕਮ ਕੀ ਹੈ? ਸਾਹਿਬ ਕਹਿੰਦੇ ਨੇ, ਨਾਨਕ ਲਿਖਿਆ ਨਾਲ। ਉਹ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ। ਤੂੰ ਜ਼ਿਆਦਾ ਖਾਵੇਂਗਾ ਰੋਗੀ ਹੋਵੇਂਗਾ, ਜ਼ਿਆਦਾ ਬੋਲੇਂਗਾ ਮਨ ਖਿੰਡੇਗਾ, ਸ਼ਕਤੀ ਵਿਅਰਥ ਜਾਏਗੀ। ਗਲਤ ਵੇਖੇਂਗਾ ਰੋਗੀ ਹੋਵੇਂਗਾ, ਗਲਤ ਸੋਚੇਂਗਾ ਮਨ करके रोगी होवेगा, गलत करेगा उसे वक्त ठोकरां खावेगा। ये हुक्म तेरे नाल लिखिया है। इस हुक्म नूं पढ़न दी कोशिश कर। सिमर गोबिंद मन तन धुर लिखिया, धुर दरगाहो तेरे मस्तक विच लिखिया होया है। गोबिंद दा सिमरन ये कर, क्योंकि गोबिंद दा सिमरन करदियां ही तैनूं मस्ती मिलेगी, और गोबिंद नूं भुलदियां ही तैनूं दुख ते रोग व्यापणगे। परमेसर ते भुलिया व्यापन सभे रोग। ये हुक्म तेरे नाल लिखिया होया है। ये हुक्म कितना क वड्डा है। इस हुक्म दे च की कुछ हो रहा है, अगली पौड़ी दे च सतगुरुदेव जी महाराज विस्तार सहित वर्णन करते हैं।